मैं जसवीर कौर बेदी कहानीकार सरदार प्रगट सिंह सिद्धू की कहानी रिश्ते पढ़न जा रही हाँ। उम्मीद करती हाँ कि तुसी ध्यान नाल सुनोगे अते पसंद भी करोगे। उस दिन वो बाजार दे अखीरले पीले मकान विचों निकली सी। उसने चिट्टी कमीज़ अते सलवार पहनी हुई सी अते सिर उपर सफ़ेद चुन्नी सी। ਅੱਖਾਂ ਤੇ ਗੋਲ ਐਨਕਾਂ ਲੱਗੀਆਂ ਹੋਈਆਂ ਸਨ। ਸਿਰ ਦਾ ਕੋਈ ਵਾਲ ਹੀ ਕਾਲਾ ਸੀ। ਜੇ ਐਨਕਾਂ ਉਤਾਰ ਲਈਆਂ ਜਾਣ ਤਾਂ ਉਹਦਾ ਚਿਹਰਾ ਮਾਂ ਨਾਲ ਬਹੁਤ ਮਿਲਦਾ ਸੀ। ਮਾਂ ਵਾਂਗ ਲੰਮਾ ਕੱਦ, ਉਹੀ ਉਮਰ ਅਤੇ ਉਸ ਵਾਂਗ ਹੀ ਸਫੈਦ ਕੱਪੜੇ ਪਹਿਨੇ ਹੋਏ ਸਨ। ਪਰ ਮਾਂ ਹਮੇਸ਼ਾ ਚਿੱਟੇ ਕੱਪੜੇ ਨਹੀਂ ਪਹਿਨਦੀ। ਚਿੱਟੇ ਕੱਪੜੇ ਉਹ ਕਿਧਰੇ ਬਾਹਰ ਜਾਣ ਸਮੇਂ ਵਿਸ਼ੇਸ਼ ਅਵਸਰ ਉੱਪਰ ਹੀ ਪਹਿਨਦੀ ਹੈ। ਫਿਰ ਵੀ ਮਾਂ ਦੇ ਕੱਪੜੇ ਇੰਨੇ ਸਫੇਦ ਨਹੀਂ ਹੁੰਦੇ। ਮੈਂ ਉਸ ਨੂੰ ਵੇਖ ਕੇ ਠਿਠਕ ਗਿਆ ਸਾਂ ਅਤੇ ਮੇਰੇ ਕਦਮ ਖੁਦ ਬ ਖੁਦ ਰੁਕ ਗਏ ਸਨ। ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਉਹ ਮੇਰੇ ਕੋਲ ਆ ਕੇ ਇੱਕ ਪਲ ਹੈਰਾਨੀ ਨਾਲ ਦੇਖੇਗੀ ਅਤੇ ਫਿਰ ਕੁਝ ਕਹੇਗੀ। ਮੈਨੂੰ ਇੰਝ ਸੋਚਣਾ ਬੜਾ ਸੁਖਾਵਾਂ ਲੱਗਿਆ ਕਿ ਆਪਣੇ ਪਿੰਡ ਤੋਂ ਸੈਂਕੜੇ ਕੋਹ ਦੂਰ ਹੋਣ 'ਤੇ ਵੀ ਮਾਂ ਨੂੰ ਅਚਾਨਕ ਮਿਲ ਪੈਣ ਦੀ ਖੁਸ਼ੀ ਦਾ ਕਿਹਾ ਅਹਿਸਾਸ ਮਨ ਵਿੱਚ ਜਾਗ ਰਿਹਾ ਸੀ। ਉਹ ਜਿਉਂ-ਜਿਉਂ ਨੇੜੇ ਆ ਰਹੀ ਸੀ, ਮੇਰਾ ਇਹ ਵਿਸ਼ਵਾਸ ਦ੍ਰਿੜ ਹੁੰਦਾ ਜਾ ਰਿਹਾ ਸੀ। ਪਰ ਹੁਣ ਜਦ ਸੋਚਦਾ ਹਾਂ ਤਾਂ ਇੰਝ ਜਾਪਦਾ ਹੈ ਕਿ ਸਿਵਾਏ ਉਮਰ ਅਤੇ ਕੱਦ ਦੇ ਮਾਂ ਤੇ ਉਹਦੀ ਕੋਈ ਸਮਾਨਤਾ ਨਹੀਂ ਸੀ। ਉਹਦੇ ਚਿਹਰੇ 'ਤੇ ਸਿਆਣਪ ਅਤੇ ਗੰਭੀਰਤਾ ਦੇ ਭਾਵ ਸਨ, ਜਦ ਕਿ ਮਾਂ ਦੇ ਚਿਹਰੇ 'ਤੇ ਅਜਿਹਾ ਕੋਈ ਭਾਵ ਅੰਕਿਤ ਨਹੀਂ ਸੀ। ਪਰ ਆਪਣੀ ਬੁੱਧੀ ਦਾ ਕੋਈ ਵੀ ਤਰਕ ਨਾ ਸਵੀਕਾਰਦਾ ਹੋਇਆ ਮੈਂ ਆਪਣੀ ਥਾਂ ਖੜ੍ਹ ਗਿਆ ਸਾਂ। ਹੁਣ ਸੋਚਦਾ ਹਾਂ ਮੇਰੇ ਆਪਣੇ ਹੀ ਅੰਦਰ ਮੇਰਾ ਉਹ ਕੌਣ ਵਿਰੋਧੀ ਹੈ ਜਿਹੜਾ ਮੇਰੇ ਕਦਮਾਂ ਨੂੰ ਰੋਕ ਲੈਂਦਾ ਹੈ ਅਤੇ ਮੈਨੂੰ ਆਪਣੀ ਦਿਸ਼ਾ ਵੱਲ ਤੋੜ ਲੈਂਦਾ ਹੈ। ਉਹ ਮੇਰੀ ਕੋਈ ਵੀ ਦਲੀਲ ਨਹੀਂ ਸੁਣਦਾ। ਮੈਂ ਝੁਠਲਾਉਂਦਾ ਹਾਂ ਪਰ ਅੰਤ ਵਿੱਚ ਉਸ ਅੱਗੇ ਹਾਰ ਜਾਂਦਾ ਹਾਂ। ਮੈਨੂੰ ਮੇਰੇ ਇਸ ਅੰਦਰਲੇ ਵਿਅਕਤੀ ਨੇ ਕਿੰਨੀ ਹੀ ਵਾਰ ਅਪਮਾਨਿਤ ਕੀਤਾ ਹੈ। ਉਸ ਦਿਨ ਮੈਂ ਖੜ੍ਹਾ ਇਸ ਔਰਤ ਵੱਲ ਵੇਖਦਾ ਰਿਹਾ। ਇੰਝ ਜਾਪ ਰਿਹਾ ਸੀ ਉਹ ਕੋਲ ਆ ਕੇ ਮੈਨੂੰ ਮੇਰੇ ਨਾਂ ਲੈ ਕੇ ਬੁਲਾਏਗੀ, ਮੇਰੇ ਨਾਲ ਕਿਸੇ ਨਿੱਕੀ ਮੋਟੀ ਗੱਲ ਪਿੱਛੇ ਲੜੇਗੀ ਜਾਂ ਕੋਈ ਰਸਮੀ ਜਿਹੀ ਗੱਲ ਪਿੱਛੇ ਲੜੇਗੀ। ਉਸਨੇ ਮੇਰੇ ਕੋਲ ਆ ਕੇ ਮੇਰੇ ਵੱਲ ਅੱਖ ਉਠਾ ਕੇ ਵੇਖਿਆ। ਕਿਸੇ ਆਵੇਸ਼ ਅਧੀਨ ਮੇਰੇ ਬੁੱਲ੍ਹ ਕੰਬੇ। ਮਾਂ ਸ਼ਬਦ ਇਸ ਕੰਪੀ ਵਿੱਚੋਂ ਉੱਭਰਦਾ ਰਹਿ ਗਿਆ। ਉਹ ਇੱਕ ਲਾਪਰਵਾਹ ਜਿਹੀ ਨਿਗਾਹ ਮੇਰੇ ਵੱਲ ਸੁੱਟ ਕੇ ਤੁਰ ਪਈ, ਜਿਵੇਂ ਤੁਰੇ ਜਾਂਦੇ ਅਸੀਂ ਸਰਸਰੀ ਤੌਰ 'ਤੇ ਕਿਸੇ ਖੰਭੇ ਵੱਲ ਵੇਖ ਲੈਂਦੇ ਹਾਂ ਜਾਂ ਕਿਸੇ ਸਾਈਨ ਬੋਰਡ ਜਾਂ ਦੁਕਾਨ ਵਿੱਚ ਪਏ ਕਿਸੇ ਸਮਾਨ 'ਤੇ ਨਿਗਾਹ ਸੁੱਟ ਜਾਂਦੇ ਹਾਂ। ਉਸ ਦੇ ਲੰਘਣ ਪਿੱਛੋਂ ਮੈਂ ਆਪਣੇ ਆਪ ਵਿੱਚ ਪਰਤ ਆਇਆ ਅਤੇ ਘਬਰਾ ਕੇ ਕਾਹਲੀ ਨਾਲ ਇੱਧਰ ਉੱਧਰ ਦੇਖਿਆ। ਸੜਕ 'ਤੇ ਲੋਕ ਤੁਰੇ ਜਾ ਰਹੇ ਸਨ ਜਾਂ ਕੁਝ ਦੁਕਾਨਾਂ ਅੰਦਰ ਸਮਾਨ ਖਰੀਦ ਰਹੇ ਸਨ। ਮੇਰੇ ਵੱਲ ਨਿਗਾਹ ਸੁੱਟੀ। ਉਹ ਸਾਹਮਣੇ ਸੜਕ 'ਤੇ ਉਸੇ ਤਰ੍ਹਾਂ ਧੀਮੀ ਤੌਰ ਤੁਰੀ ਜਾ ਰਹੀ ਸੀ। ਦੂਰੋਂ ਧੁੱਪ ਵਿੱਚ ਉਹਦੇ ਚਿੱਟੇ ਕੱਪੜੇ ਹੋਰ ਵੀ ਚਮਕ ਰਹੇ ਸਨ। ਮੈਂ ਸਿਰ ਸੁੱਟ ਕੇ ਇੰਝ ਘਰ ਵੱਲ ਤੁਰ ਪਿਆ ਜਿਵੇਂ ਬਾਜ਼ਾਰ ਦੀ ਥਾਂ ਕਿਸੇ ਜੰਗਲ ਵਿੱਚੋਂ ਗੁਜ਼ਰ ਰਿਹਾ ਹੋਵਾਂ। ਮੈਨੂੰ ਉਹ ਦਿਨ ਯਾਦ ਆ ਰਹੇ ਹਨ ਜਦੋਂ ਮੈਂ ਨਿੱਕਾ ਜਿਹਾ ਸਾਂ ਅਤੇ ਮੇਰੇ ਲਈ ਮਾਂ ਹੀ ਸਭ ਕੁਝ ਸੀ। ਇੱਕ ਵਿਸ਼ਾਲ ਨੀਲੇ ਆਕਾਸ਼ ਵਾਂਗ ਮੇਰੀ ਮਾਂ ਸਾਰੀ ਦੁਨੀਆ ਉੱਪਰ ਫੈਲੀ ਹੋਈ ਸੀ। ਮੈਂ ਰੋਜ਼ ਮਾਂ ਤੋਂ ਬਹੁਤ ਸਾਰਾ ਪਿਆਰ ਲੈਂਦਾ ਸੀ। ਸਕੂਲ ਤੋਂ ਆ ਕੇ ਸਿੱਧਾ ਮਾਂ ਦੀ ਗੋਦ ਵਿੱਚ ਚਲਾ ਜਾਂਦਾ। ਕਈ ਵਾਰ ਉਹ ਮੈਨੂੰ ਖੁਦ ਹੀ ਬੁੱਕਲ ਵਿੱਚ ਘੁੱਟ ਲੈਂਦੀ ਸੀ ਅਤੇ ਰਾਜਾ ਪੁੱਤ ਕਹਿ ਕੇ ਮੇਰਾ ਮੱਥਾ ਚੁੰਮ ਲਿਆ ਕਰਦੀ ਸੀ। ਸਕੂਲ ਤੋਂ ਆਉਂਦਿਆਂ ਹੀ ਦਿਨ ਭਰ ਦੀਆਂ ਘਟਨਾਵਾਂ ਮੈਂ ਮਾਂ ਨੂੰ ਸੁਣਾਉਂਦਾ ਸਾਂ। ਕੰਮ ਧੰਦੇ ਕਰਦੀ ਬੜੇ ਧਿਆਨ ਨਾਲ ਉਹ ਮੇਰੀਆਂ ਗੱਲਾਂ ਸੁਣਦੀ ਰਹਿੰਦੀ ਸੀ। ਮਾਸਟਰਾਂ ਅਤੇ ਸਾਥੀਆਂ ਅਤੇ ਵਿਦਿਆਰਥੀਆਂ ਵਿਰੁੱਧ ਸ਼ਿਕਾਇਤਾਂ ਵੀ ਮਾਂ ਕੋਲ ਹੀ ਕਰਦਾ ਸੀ।
ਕਈ ਵਾਰ ਇਹ ਸ਼ਿਕਾਇਤਾਂ ਆਧਾਰਹੀਨ ਅਤੇ ਨਗੂਨੀਆਂ ਹੁੰਦੀਆਂ ਸਨ, ਪਰ ਮਾਂ ਉਹਨਾਂ ਨੂੰ ਧਿਆਨ ਨਾਲ ਸੁਣਦੀ ਸੀ ਅਤੇ ਆਪ ਵੀ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ। ਮਸਲਨ ਮੈਂ ਇੱਕ ਦਿਨ ਮਾਂ ਨੂੰ ਦੱਸਿਆ ਕਿ ਕਪੂਰੇ ਦਾ ਕੈਲਾ ਮੇਰਾ ਮੂੰਹ ਚੜਾਉਂਦਾ ਹੈ। ਹੈਂ, ਰੁੜ ਜਾਣਾ, ਤੇਰਾ ਮੂੰਹ ਕਿ ਚੜਾਉਂਦਾ? ਮੈਨੂੰ ਮਿਲ ਲੈਣ ਦੇ ਉਹਨੂੰ, ਉਖਲ ਜੇ ਨੂੰ, ਮੈਂ ਦੇਊਂ ਇਹਨੂੰ ਮੌਤ। ਮਾਂ ਕਹਿੰਦੀ। ਮੇਰੀ ਹਰ ਸ਼ਿਕਾਇਤ ਮਾਂ ਲਈ ਸੱਚ ਹੁੰਦੀ। ਜਦੋਂ ਪਿਤਾ ਜੀ ਨੇ 6ਵੀਂ ਕਲਾਸ ਦੀ ਪੜ੍ਹਾਈ ਲਈ ਮੈਨੂੰ ਭੂਆ ਕੋਲ ਛੱਡਣ ਦੀ ਇੱਛਾ ਜ਼ਾਹਿਰ ਕੀਤੀ, ਤਦ ਵੀ ਮਾਂ ਨੇ ਸ਼ੁਰੂ ਵਿੱਚ ਵਿਰੋਧ ਕੀਤਾ। ਮੇਰਾ ਨਹੀਂ ਮੀਤ ਬਿਨਾਂ ਜੀ ਲੱਗਣਾ। ਪਿਤਾ ਜੀ ਨੇ ਕਿਹਾ ਕਿ ਆਪਣੇ ਘਰ ਤਾਂ ਇੱਕ ਹੋਰ ਮੀਤ ਆਉਣ ਵਾਲਾ ਹੈ, ਪਰ ਮਾਂ ਬੋਲੀ, ਮੈਨੂੰ ਉਹਦਾ ਮੀਤ ਜਿੰਨਾ ਮੋਹ ਨਹੀਂ ਆਉਣਾ। ਭੂਆ ਕੋਲ ਜਾਣ ਤੋਂ ਕੁਝ ਹੀ ਮਹੀਨੇ ਪਿੱਛੋਂ ਮੇਰੇ ਭਰਾ ਨੇ ਜਨਮ ਲਿਆ ਸੀ। ਇਹ ਗੱਲ ਪਿਤਾ ਜੀ ਭੂਆ ਕੋਲ ਦੱਸ ਕੇ ਆਏ ਸਨ। ਮੈਂ ਬਹੁਤ ਖੁਸ਼ ਹੋਇਆ ਅਤੇ ਮੇਰੇ ਅੰਦਰ ਉਸ ਨੂੰ ਦੇਖਣ ਦੀ ਤੀਬਰ ਇੱਛਾ ਜਾਗ ਪਈ। ਪਰ ਜਦ ਘਰ ਆ ਕੇ ਆਪਣੇ ਨਿੱਕੇ ਭਰਾ ਨੂੰ ਵੇਖਿਆ ਤਾਂ ਮੇਰਾ ਜੀ ਮਿਤਲਾ ਗਿਆ। ਉਸ ਵਿੱਚੋਂ ਬਾਸੀ ਕੱਚੇ ਦੁੱਧ ਜਿਹੀ ਬੋ ਆ ਰਹੀ ਸੀ। ਕਣਕ ਦੇ ਦਾਣਿਆਂ ਦੀ ਮਾਲਾ ਉਹਦੀ ਬਾਂਹ ਵਿੱਚ ਪਾਈ ਹੋਈ ਸੀ। ਮੈਂ ਉਸ ਨੂੰ ਹੱਥ ਲਾਉਣ ਤੋਂ ਵੀ ਝਿਜਕ ਰਿਹਾ ਸੀ, ਪਰ ਮਾਂ ਉਹਨੂੰ ਬਹੁਤ ਪਿਆਰ ਪੁਚਕਾਰ ਰਹੀ ਸੀ। ਮਾਂ ਦਾ ਉਸ ਨੂੰ ਇੰਜ ਪਿਆਰਨਾ ਮੈਨੂੰ ਚੰਗਾ ਲੱਗਦਾ ਸੀ ਜਾਂ ਬੁਰਾ, ਇਸ ਬਾਰੇ ਭਾਵੇਂ ਮੇਰੇ ਬਾਲ ਮਨ ਵਿੱਚ ਕੋਈ ਸਪਸ਼ਟ ਧਾਰਨਾ ਨਹੀਂ ਸੀ ਬਣੀ, ਪਰ ਮੈਂ ਹੁਣ ਹਰ ਸਮੇਂ ਮਾਂ ਦੇ ਪਿੱਛੇ ਪਿੱਛੇ ਨਹੀਂ ਘੁੰਮਦਾ ਸਾਂ ਅਤੇ ਨਾ ਹੀ ਬਾਹਰੋਂ ਆ ਕੇ ਸਿੱਧਾ ਉਹਦੀ ਗੋਦ ਵਿੱਚ ਜਾਂਦਾ ਸਾਂ। ਮਾਂ ਮੇਰੇ ਇਸ ਪਰਿਵਰਤਨ ਸੰਬੰਧੀ ਸੁਚੇਤ ਸੀ। ਕਈ ਵਾਰ ਉਹ ਮੈਨੂੰ ਖੁਦ ਹੀ ਬੁਲਾ ਲੈਂਦੀ ਸੀ ਅਤੇ ਬੁੱਕਲ ਵਿੱਚ ਲੈ ਕੇ ਪਿਆਰ ਕਰਦੀ ਸੀ। ਕਈ ਵਾਰ ਉਹ ਨਿੱਕੇ ਨੂੰ ਮੈਨੂੰ ਫੜਾਉਣ ਦਾ ਯਤਨ ਕਰਦੀ, ਪਰ ਮੈਂ ਉਸ ਨੂੰ ਗੋਦੀ ਨਹੀਂ ਸਾਂ ਚੁੱਕਦਾ। ਜਦੋਂ ਮੈਂ ਫੇਰ ਵਾਪਸ ਭੂਆ ਕੋਲ ਚਲਾ ਗਿਆ, ਉੱਥੇ ਮੈਨੂੰ ਮਾਂ ਦੀ ਯਾਦ ਆਉਂਦੀ ਰਹਿੰਦੀ। ਪਹਿਲਾਂ ਜਦ ਮਾਂ ਨੂੰ ਯਾਦ ਕਰਦਾ ਸਾਂ ਤਾਂ ਉਹ ਰਸੋਈ ਵਿੱਚ ਰੋਟੀ ਬਣਾਉਂਦੀ ਜਾਂ ਮੱਝਾਂ ਨੂੰ ਸੰਨੀ ਆਦਿ ਦੀ ਤਸਵੀਰ ਮੇਰੀ ਕਲਪਨਾ ਵਿੱਚ ਉੱਭਰਦੀ ਸੀ। ਪਰ ਹੁਣ ਮਾਂ ਦੇ ਨਾਲ ਹੀ ਉਸ ਦੀ ਗੋਦ ਵਿੱਚ ਨਿੱਕਾ ਛੋਟੇ ਛੋਟੇ ਹੱਥ ਪੈਰ ਮਾਰਦਾ ਨਜ਼ਰ ਆਉਂਦਾ ਸੀ। ਜਦੋਂ 4 ਸਾਲਾਂ ਪਿੱਛੋਂ ਪਿੰਡ ਪਰਤਿਆ ਤਾਂ ਮੈਂ ਜਵਾਨ ਹੋ ਚੱਲਿਆ ਸੀ। ਨਿੱਕਾ ਹੁਣ ਭੱਜਿਆ ਫਿਰਦਾ ਸੀ। ਉਸ ਪ੍ਰਤੀ ਈਰਖਾ ਦੀ ਭਾਵਨਾ ਹੁਣ ਮੇਰੇ ਮਨ ਵਿੱਚ ਨਹੀਂ ਸੀ। ਮੈਂ ਉਸ ਨੂੰ ਪਿਆਰ ਕਰਨ ਲੱਗ ਪਿਆ ਸਾਂ। ਮਾਂ ਹੁਣ ਮੇਰੇ ਲਈ ਸਭ ਕੁਝ ਨਹੀਂ ਸੀ। ਮੇਰੇ ਬਹੁਤ ਸਾਰੇ ਦੋਸਤ ਸਨ ਜਿਹੜੇ ਮੇਰੀ ਜ਼ਿੰਦਗੀ ਵਿੱਚ ਆ ਗਏ ਸਨ, ਪਰ ਸਭ ਤੋਂ ਮਹੱਤਵਪੂਰਨ ਘਟਨਾ ਮੇਰੀ ਜ਼ਿੰਦਗੀ ਵਿੱਚ ਮਹਿੰਦੀ ਦਾ ਪ੍ਰਵੇਸ਼ ਸੀ। ਮਹਿੰਦੀ ਦੀ ਆਮਦ ਨੇ ਮੇਰੀ ਜ਼ਿੰਦਗੀ ਵਿੱਚ ਵਿਸ਼ੇਸ਼ ਪਰਿਵਰਤਨ ਲੈ ਆਂਦਾ। ਉਹ ਜਿਉਂ-ਜਿਉਂ ਮੇਰੇ ਕਰੀਬ ਹੋ ਰਹੀ ਸੀ, ਮਾਂ ਦੂਰ ਹੁੰਦੀ ਜਾ ਰਹੀ ਸੀ। ਸਾਡੇ ਪਿੰਡ ਤੋਂ ਸਟੇਸ਼ਨ 1 ਕਿਲੋਮੀਟਰ ਦੇ ਫਾਸਲੇ 'ਤੇ ਹੈ। ਮੈਂ ਅਤੇ ਮਹਿੰਦੀ ਇੱਕੋ ਸਮੇਂ ਘਰ 'ਚੋਂ ਬਾਹਰ ਨਿਕਲਦੇ ਸਾਂ ਅਤੇ ਫਿਰਨੀ ਦੇ ਮੋੜ 'ਤੇ ਦੋਵੇਂ ਮਿਲ ਪੈਂਦੇ ਸਾਂ। ਉਹ ਮੈਨੂੰ ਤੱਕ ਕੇ ਮੁਸਕਰਾਉਂਦੀ ਅਤੇ ਫਿਰ ਇਰਦ ਗਿਰਦ ਵੇਖ ਲੈਂਦੀ ਸੀ। ਅਸੀਂ ਗੱਲਾਂ ਕਰਦੇ ਸਟੇਸ਼ਨ ਵੱਲ ਚੱਲਦੇ ਰਹਿੰਦੇ ਸਾਂ। ਸਾਡੀਆਂ ਗੱਲਾਂ ਬਹੁਤ ਜਜ਼ਬਾਤੀ ਕਿਸਮ ਦੀਆਂ ਹੁੰਦੀਆਂ ਸਨ। ਹੁਣ ਸੋਚਦਾ ਹਾਂ ਤਾਂ ਹਾਸੀ ਆਉਂਦੀ ਹੈ। ਮਹਿੰਦੀ ਮੇਰੇ ਨਾਲੋਂ ਵੀ ਵੱਧ ਜਜ਼ਬਾਤੀ ਸੀ। ਇੱਕ ਦਿਨ ਮੈਂ ਉਸ ਨੂੰ ਰਸਤੇ ਵਿੱਚ ਇੱਕ ਦੇ ਖੇਤ ਵਿੱਚ ਚੁੰਮ ਲਿਆ ਸੀ ਅਤੇ ਬਹੁਤ ਜ਼ੋਰ ਨਾਲ ਬਾਹਾਂ ਵਿੱਚ ਘੁੱਟਿਆ ਸੀ। ਉਹਦੀਆਂ ਗੱਲਾਂ ਸ਼ਰਮ ਨਾਲ ਭਖ ਉੱਠੀਆਂ ਸਨ ਅਤੇ ਉਹਦੀ ਦੇਹ ਉਤੇਜਨਾ ਨਾਲ ਹਲਕੀ ਹਲਕੀ ਕੰਬ ਰਹੀ ਸੀ। ਫਿਰ ਮੈਂ ਉਹਦੇ ਹੱਥ ਨੂੰ ਆਪਣੇ ਹੱਥ ਵਿੱਚ ਫੜ ਕੇ ਪੋਲੇ ਜਿਹੇ ਚੁੰਮਿਆ ਸੀ। ਇਹ ਹਰਕਤ ਜੋ ਇੱਕ ਰੋਮਾਂਟਿਕ ਫਿਲਮ ਦੀ ਨਕਲ ਵਜੋਂ ਕੀਤੀ ਗਈ ਸੀ। ਉਹ ਫਿਲਮ ਵਿੱਚ ਵੀ ਹੀਰੋ ਨੇ ਹੀਰੋਇਨ ਦੇ ਹੱਥ ਨੂੰ ਮੇਰੇ ਵਾਂਗ ਹੀ ਚੁੰਮਿਆ ਸੀ। ਤੂੰ ਤਾਂ ਮੇਰੀ ਜਾਨ ਹੈ, ਮੈਂ ਬੁਦਬੁਦਾਇਆ ਸਾਂ, ਪਰ ਮਹਿੰਦੀ ਕੁਝ ਨਹੀਂ ਸੀ ਬੋਲ ਰਹੀ। ਉਸਨੇ ਆਪਣੇ ਜਿਸਮ ਨੂੰ ਢਿੱਲਾ ਛੱਡ ਦਿੱਤਾ ਸੀ। ਮੈਂ ਉਸ ਨੂੰ ਮੋਮ ਦੀ ਗੁੱਡੀ ਵਾਂਗ ਆਪਣੀ ਇੱਛਾ ਅਨੁਸਾਰ ਕਿਵੇਂ ਵੀ ਮੋੜ ਸਕਦਾ ਸਾਂ। ਕੁਝ ਦੇਰ ਬਾਅਦ ਅਸੀਂ ਵੱਖ ਹੋ ਗਏ ਸਾਂ ਅਤੇ ਥੋੜ੍ਹਾ ਫਾਸਲਾ ਬਣਾ ਕੇ ਸਟੇਸ਼ਨ ਵੱਲ ਚੁੱਪਚਾਪ ਤੁਰ ਪਏ ਸਾਂ। ਮੇਰਾ ਜਿਸਮ ਮਿੱਟੀ ਹੋ ਗਿਆ ਸੀ ਅਤੇ ਲਹੂ ਝਰਨ ਝਰਨ ਕਰ ਰਿਹਾ ਸੀ। ਸ਼ਾਇਦ ਇਹੋ ਹਾਲਤ ਮਹਿੰਦੀ ਦੀ ਵੀ ਸੀ। ਮਹਿੰਦੀ ਨਾਲ ਬਿਤਾਏ ਇੱਕ ਪਲ ਦੀ ਯਾਦ ਮੇਰੀ ਸਿਮਰਤੀ ਵਿੱਚ ਤਾਜ਼ਾ ਹੈ। ਮੇਰੀ ਜ਼ਿੰਦਗੀ ਦੇ ਉਹ ਦਿਨ ਬਹੁਤ ਹਸੀਨ ਸਨ। ਜਦੋਂ ਮਹਿੰਦੀ ਚਲੀ ਗਈ
ਤਾਂ ਇੰਜ ਜਾਪਿਆ ਜਿਵੇਂ ਦਿਨ ਬਹੁਤ ਤੇਜ਼ੀ ਨਾਲ ਗੁਜ਼ਰ ਗਏ। ਸਫੈਦ ਬਗਲਿਆਂ ਦੀ ਡਾਰ ਵਾਂਗ ਮੇਰੇ ਵੇਖਦਿਆਂ ਵੇਖਦਿਆਂ ਅਲੋਪ ਹੋ ਗਏ। ਜਦ ਮਹਿੰਦੀ ਕੋਲ ਸੀ, ਕਦੇ ਨਹੀਂ ਸੀ ਸੋਚਿਆ ਕਿ ਉਹ ਮੇਰੇ ਕੋਲੋਂ ਦੂਰ ਵੀ ਚਲੀ ਜਾਵੇਗੀ। ਹਾਲਾਂਕਿ ਉਹਦਾ ਜਾਣਾ ਬਿਲਕੁਲ ਸੁਭਾਵਿਕ ਸੀ। ਉਹਦਾ ਪਿਤਾ ਸਾਡੇ ਪਿੰਡ ਪਟਵਾਰੀ ਸੀ। ਉਹਨਾਂ ਦੀ ਬਦਲੀ ਦੂਰ ਚੌਂਦੇ ਨਾਂ ਦੇ ਪਿੰਡ ਵਿੱਚ ਹੋ ਗਈ ਸੀ, ਜਿਹੜਾ ਸਾਡੇ ਪਿੰਡ ਤੋਂ 30 ਕੁ ਮੀਲ ਦੂਰ ਸੀ। ਜਾਣ ਸਮੇਂ ਉਹ ਮੈਨੂੰ ਇੱਕ ਰੁਮਾਲ ਦੇ ਗਈ ਸੀ। ਮੈਂ ਰੁਮਾਲ ਨੂੰ ਦਿਨ ਵਿੱਚ ਕਈ ਵਾਰ ਵੇਖਦਾ ਸਾਂ, ਕਦੇ ਕਦੇ ਜਜ਼ਬਾਤੀ ਹੋ ਕੇ ਚੁੰਮ ਵੀ ਲੈਂਦਾ ਸਾਂ। ਹੁਣ ਜਦ ਉਹਨਾਂ ਗੱਲਾਂ ਬਾਰੇ ਸੋਚਦਾ ਹਾਂ ਤਾਂ ਆਪਣੇ ਪਾਗਲਪਨ 'ਤੇ ਖੁਦ ਹੀ ਮੁਸਕਰਾ ਪੈਂਦਾ ਹਾਂ। ਮਾਂ ਪਿੱਛੋਂ ਮਹਿੰਦੀ ਹੀ ਮੇਰੇ ਲਈ ਸਾਰਾ ਸੰਸਾਰ ਜਾਪਦੀ ਸੀ, ਭਾਵੇਂ ਵਾਸਤਵ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਜ਼ਿੰਦਗੀ ਦੇ ਸਫ਼ਰ ਵਿੱਚ ਅਨੇਕਾਂ ਲੋਕ ਮਿਲਦੇ ਵਿਛੜਦੇ ਹਨ ਤੇ ਪਿੱਛੇ ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡ ਜਾਂਦੇ ਹਨ। ਜੋ ਮੈਨੂੰ ਇਸ ਗੱਲ ਦਾ ਧਿਆਨ ਉਸ ਦਿਨ ਹੁੰਦਾ ਤਾਂ ਸ਼ਾਇਦ ਮੈਂ ਇੰਨਾ ਉਦਾਸ ਨਾ ਹੁੰਦਾ। ਮਹਿੰਦੀ ਦੇ ਜਾਣ ਪਿੱਛੋਂ ਜ਼ਿੰਦਗੀ ਬੜੀ ਰੁੱਖੀ ਜਾਪ ਰਹੀ ਸੀ। ਸਾਰਾ ਪਿੰਡ ਉਜਾੜ ਵਾਂਗ ਲੱਗਦਾ ਸੀ। ਮੈਂ ਮਹਿੰਦੀ ਦਾ ਮੁਸਕਰਾਉਂਦਾ ਚਿਹਰਾ ਵੇਖਣ ਲਈ ਸਹਿਕ ਰਿਹਾ ਸਾਂ। ਉਹ ਅੱਖਾਂ ਵਿੱਚ ਮੋਹ ਭਰ ਕੇ ਮੇਰੇ ਵੱਲ ਵੇਖਿਆ ਕਰਦੀ ਸੀ ਅਤੇ ਮੇਰਾ ਦਿਲ ਚਾਹੁੰਦਾ ਸੀ ਉਸ ਨੂੰ ਘੁੱਟ ਭਰ ਕੇ ਪੀ ਜਾਵਾਂ। ਸ਼ਹਿਰ ਵਿੱਚ ਦੂਰੋਂ ਆਉਂਦੀ ਹਰ ਕੁੜੀ ਮਹਿੰਦੀ ਜਾਪਦੀ ਸੀ। ਕਿਸੇ ਦੀ ਗੁੱਤ, ਕਿਸੇ ਦਾ ਕੱਦ ਮਹਿੰਦੀ ਨਾਲ ਮਿਲਦਾ ਸੀ, ਕਿਸੇ ਦਾ ਚਿਹਰਾ ਵੀ ਦੂਰੋਂ ਮਹਿੰਦੀ ਜਿਹਾ ਹੀ ਜਾਪਦਾ ਸੀ। ਮੈਂ ਜਾਣਦਾ ਸਾਂ ਕਿ ਉਹ ਮਹਿੰਦੀ ਨਹੀਂ, ਪਰ ਮਨ ਜਿੱਦੀ ਹੋ ਗਿਆ ਸੀ। ਉਸ ਸਮੇਂ ਪਹਿਲੀ ਵਾਰ ਮੈਂ ਮਹਿੰਦੀ ਨੂੰ ਮਿਲਣ ਦਾ ਹੀਲਾ ਬਣਾ ਲਿਆ। ਚਾਹੁੰਦੇ ਮੇਰੇ ਇੱਕ ਦੋਸਤ ਦੀ ਰਿਸ਼ਤੇਦਾਰੀ ਸੀ। ਅਸੀਂ ਉੱਥੇ ਪਹੁੰਚ ਗਏ। ਪਿੰਡ ਦੇ ਬੱਸ ਸਟਾਪ 'ਤੇ ਮੈਂ ਮਹਿੰਦੀ ਨੂੰ ਪੂਰੇ 1 ਸਾਲ ਬਾਅਦ ਵੇਖਿਆ। ਉਹ ਹੋਰ ਵੀ ਜਵਾਨ ਹੋ ਗਈ ਸੀ। ਮੈਨੂੰ ਦੇਖ ਕੇ ਉਹਦੇ ਚਿਹਰੇ 'ਤੇ ਹੈਰਾਨੀ ਦੇ ਚਿੰਨ੍ਹ ਉੱਭਰੇ, ਪਰ ਦੂਜੇ ਹੀ ਪਲ ਉਹ ਨਾਰਮਲ ਹੋ ਗਈ। ਬੱਸ ਸਟਾਪ 'ਤੇ ਹੋਰ ਕਿੰਨੇ ਵੀ ਲੋਕ ਖੜ੍ਹੇ ਸਨ। ਮਹਿੰਦੀ ਚੌਰ ਅੱਖ ਨਾਲ ਮੇਰੇ ਵੱਲ ਵੇਖ ਰਹੀ ਸੀ। ਮੈਂ ਉਸ ਨਾਲ ਸ਼ਹਿਰ ਚਲਾ ਗਿਆ। ਸ਼ਹਿਰ ਅਸੀਂ ਇੱਕ ਦੁਕਾਨ ਅੰਦਰ ਬੈਠ ਕੇ ਚਾਹ ਪੀਤੀ। ਜਿੰਨੀ ਦੇਰ ਮੈਂ ਉਹਦੇ ਕੋਲ ਬੈਠਾ, ਉਹਦੇ ਚਿਹਰੇ ਵੱਲ ਹੀ ਨਿਹਾਰਦਾ ਰਿਹਾ। ਮੈਂ ਇਸ ਚਿਹਰੇ ਨੂੰ ਵੇਖਣ ਲਈ ਕਿਵੇਂ ਤਰਸ ਗਿਆ ਸਾਂ। ਮੈਂ ਕਿੰਨੀ ਹੀ ਵਾਰ ਇਸ ਚਿਹਰੇ ਨੂੰ ਘੁੱਟ-ਘੁੱਟ ਕੇ ਪੀਤਾ ਸੀ, ਪਰ ਪਤਾ ਨਹੀਂ ਕਿਉਂ ਹੁਣ ਮੈਨੂੰ ਇਹ ਚਿਹਰਾ ਓਪਰਾ ਲੱਗ ਰਿਹਾ ਸੀ ਅਤੇ ਮਹਿੰਦੀ ਦੀ ਨਿਗਾਹ ਵਿੱਚ ਪਹਿਲਾਂ ਜਿਹੀ ਚੋਭ ਨਹੀਂ ਸੀ। ਮੇਰੀਆਂ ਜਿਵੇਂ ਗੱਲਾਂ ਮੁੱਕਦੀਆਂ ਜਾ ਰਹੀਆਂ ਸਨ ਤੇ ਅਸੀਂ ਬਾਹਰ ਆਏ ਤਾਂ 2 ਮੁੰਡੇ ਜਿਹੜੇ ਚਾਹੁੰਦੇ ਬੱਸ ਸਟੈਪ 'ਤੇ ਵੀ ਖੜ੍ਹੇ ਸਨ, ਸਾਹਮਣੇ ਪਾਨ ਦੀ ਦੁਕਾਨ ਉੱਪਰ ਦਿਸੇ। ਸਾਨੂੰ ਦੇਖ ਕੇ ਉਹ ਜ਼ਰਾ ਚੌਕਸ ਹੋ ਗਏ, ਫਿਰ ਆਪਣੇ ਚਿਹਰੇ ਸੁਭਾਵਕ ਬਣਾ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ। ਮਹਿੰਦੀ ਬਗੈਰ ਕਿਸੇ ਪਾਸੇ ਵੀ ਵੇਖੇ ਚੁੱਪਚਾਪ ਤੁਰੀ ਜਾ ਰਹੀ ਸੀ। ਮੈਂ ਮੁੜਨ ਸਮੇਂ ਇੱਕ ਵਾਰ ਫੇਰ ਮਹਿੰਦੀ ਵੱਲ ਵੇਖਿਆ। ਉਹਦੇ ਉਨਾਬੀ ਚੁੰਨੀ ਦਾ ਲੜ ਹਵਾ ਵਿੱਚ ਹਲਕਾ ਉੱਡ ਰਿਹਾ ਸੀ ਅਤੇ ਗੁੱਤ ਪਿੱਠ ਉੱਪਰ ਹਿੱਲ ਰਹੀ ਸੀ। ਚੌਂਕ ਦਾ ਮੋੜ ਮੁੜਦਿਆਂ ਮੈਨੂੰ ਜਾਪਿਆ ਜਿਵੇਂ ਮੈਂ ਜ਼ਿੰਦਗੀ ਦਾ ਇੱਕ ਮੋੜ ਕੱਟ ਰਿਹਾ ਹੋਵਾਂ ਅਤੇ ਮੇਰੇ ਅਤੇ ਮਹਿੰਦੀ ਦੇ ਰਾਹ ਨਿਖੜ ਗਏ ਸਨ। ਘਰ ਆ ਕੇ ਮੈਂ ਮਹਿੰਦੀ ਦਾ ਰੁਮਾਲ ਚੁੱਕ ਕੇ ਬਾਹਰ ਸੁੱਟ ਦਿੱਤਾ। ਮੈਨੂੰ ਜਾਪਿਆ ਮਹਿੰਦੀ ਨੂੰ ਭੁੱਲ ਜਾਣਾ ਤੇ ਇੱਕ ਮਾਮੂਲੀ ਗੱਲ ਹੈ ਤੇ ਸੱਚਮੁੱਚ ਹੀ ਮਹਿੰਦੀ ਨੂੰ ਭੁਲਾ ਵੀ ਦਿੱਤਾ। ਮੈਂ ਉਹਨੂੰ ਕਦੇ ਯਾਦ ਨਾ ਕੀਤਾ। ਫਿਰ ਵੀ ਪਤਾ ਨਹੀਂ ਕਿਉਂ ਕਈ ਵਾਰ ਦੂਰੋਂ ਤੁਰੀ ਆਉਂਦੀ ਕਿਸੇ ਕੁੜੀ ਨੂੰ ਵੇਖ ਕੇ ਮੈਨੂੰ ਇੰਝ ਜਾਪਦਾ ਜਿਵੇਂ ਮਹਿੰਦੀ ਤੁਰੀ ਆ ਰਹੀ ਹੋਵੇ। ਨੌਕਰੀ ਦੇ ਸਿਲਸਿਲੇ ਵਿੱਚ ਮੈਂ ਇੱਕ ਦਿਨ ਪਿੰਡ ਨੂੰ ਛੱਡ ਕੇ ਦੂਰ ਦੱਖਣ ਚਲਾ ਗਿਆ। ਮਾਂ ਨੇ ਕਿੰਨੀਆਂ ਚੀਜ਼ਾਂ ਮੈਨੂੰ ਬਣਾ ਕੇ ਦਿੱਤੀਆਂ ਸਨ। ਉਸ ਦਿਨ ਪਹਿਲੀ ਵਾਰ ਮੈਨੂੰ ਆਪਣਾ ਪਿੰਡ ਪਿਆਰਾ ਲੱਗਿਆ। ਫਿਰਨੀ ਤੇ ਤੁਰਦਿਆਂ ਸੋਚ ਰਿਹਾ ਸਾਂ ਮੈਂ ਹੁਣ ਕਦੇ ਹੀ ਇਸ ਪਿੰਡ ਵਿੱਚ ਆਇਆ ਕਰਾਂਗਾ। ਸਾਡੇ ਘਰ ਲਾਗੇ ਬੇਰੀ ਦਾ ਰੁੱਖ ਹਵਾ ਨਾਲ ਹਲਕਾ ਹਿੱਲ ਰਿਹਾ ਸੀ। ਜਦ ਸਟੇਸ਼ਨ ਵੱਲ ਮੁੜਨ ਲੱਗਾ ਤਾਂ ਮੈਨੂੰ ਯਾਦ ਆਇਆ ਕਿ ਇਸ ਮੋੜ ਉੱਪਰ ਹੀ ਮੈਂ ਅਤੇ ਮਹਿੰਦੀ ਮਿਲਿਆ ਕਰਦੇ ਸਾਂ ਤੇ ਗੱਲਾਂ ਕਰਦੇ ਸਟੇਸ਼ਨ ਤੱਕ ਚਲੇ ਜਾਂਦੇ ਸਾਂ। ਇੱਕ ਦੀ ਥਾਂ ਹੁਣ ਕਿਸੇ ਨੇ ਚਾਰਾ ਬੀਜ ਦਿੱਤਾ ਸੀ, ਪਰ ਮੈਨੂੰ ਇਸ ਥਾਂ ਦੀ ਪਛਾਣ ਸੀ। ਇੱਥੇ ਹੀ ਪਹਿਲੀ ਵਾਰ ਮੈਂ ਮਹਿੰਦੀ ਨੂੰ ਚੁੰਮਿਆ ਸੀ। ਮੈਂ ਕਿੰਨੇ ਦਿਨ ਬਾਅਦ ਮਹਿੰਦੀ ਨੂੰ ਯਾਦ ਕੀਤਾ, ਪਰ ਝੱਟ ਹੀ ਆਪਣੀਆਂ ਸੋਚਾਂ ਦੂਜੇ ਬੰਨੇ ਮੋੜ ਲਈਆਂ। ਮਾਂ ਹੁਣ ਘਰ ਵਿੱਚ ਉਦਾਸ ਬੈਠੀ ਹੋਵੇਗੀ, ਸ਼ਾਇਦ ਰੋ ਰਹੀ ਹੋਵੇ ਤੇ ਪਿਤਾ ਜੀ ਉਸ ਨੂੰ ਹੌਸਲਾ ਦੇ ਰਹੇ ਹੋਣ।
ਸਾਡਾ ਸੇਪੀ ਤੇ ਨਿੱਕਾ ਮੇਰੇ ਨਾਲ ਚੁੱਪਚਾਪ ਤੁਰੇ ਜਾ ਰਹੇ ਸਨ। ਨਿੱਕਾ ਸਿਆਣਾ ਹੋ ਚੱਲਿਆ ਸੀ ਤੇ ਉਹ ਸਭ ਸਮਝਦਾ ਸੀ। ਜਦ ਗੱਡੀ ਚੱਲ ਪਈ ਤਾਂ ਡੁਸਕਣ ਲੱਗ ਪਿਆ। ਹੌਲੀ ਹੌਲੀ ਗੱਡੀ ਪਲੇਟਫਾਰਮ ਛੱਡ ਗਈ। ਮੈਂ ਇੱਕ ਵਾਰ ਫੇਰ ਗੱਡੀ ਵਿੱਚ ਆ ਕੇ ਨਿਗਾਹ ਮਾਰੀ। ਲੋਕ ਜਾ ਚੁੱਕੇ ਸਨ। ਖਾਲੀ ਪਲੇਟਫਾਰਮ ਉੱਤੇ ਖੜਾ ਨਿੱਕਾ ਰੋ ਰਿਹਾ ਸੀ ਤੇ ਸਾਡਾ ਸੇਪੀ ਉਹਦੇ ਮੋਢੇ 'ਤੇ ਹੱਥ ਰੱਖ ਕੇ ਉਸਨੂੰ ਚੁੱਪ ਕਰਾ ਰਿਹਾ ਸੀ। ਹੁਣ ਨਿੱਕੇ ਦੇ ਲਿਖੇ ਖਤਾਂ ਨਾਲ ਹੀ ਮੇਰਾ ਸੰਬੰਧ ਪਿੰਡ ਅਤੇ ਪਰਿਵਾਰ ਨਾਲ ਬਣਿਆ ਹੋਇਆ ਸੀ। ਦਿਨ ਇੱਕ ਇੱਕ ਕਰਕੇ ਗੁਜ਼ਰਦੇ ਰਹੇ। ਮੇਰਾ ਵਿਆਹ ਹੋਇਆ ਤੇ ਫਿਰ ਬੱਚੇ। ਨਿੱਕਾ ਹੁਣ ਕਾਲਜ ਵਿੱਚ ਪੜ੍ਹਦਾ ਸੀ। ਆਪਣੀ ਬੀਵੀ ਤੇ ਬੱਚਿਆਂ ਨਾਲ ਰਹਿੰਦਿਆਂ ਇੰਝ ਜਾਪ ਰਿਹਾ ਸੀ ਜਿਵੇਂ ਇੱਥੇ ਦੱਖਣ ਵਿੱਚ ਵੀ ਮੇਰਾ ਇੱਕ ਘਰ ਹੋਵੇ। 2-3 ਸਾਲਾਂ ਬਾਅਦ ਜਦ ਪਿੰਡ ਜਾਂਦਾ ਸਾਂ, ਸਾਰਾ ਹੀ ਪਿੰਡ ਬਹੁਤ ਚੰਗਾ ਲੱਗਦਾ। ਇਸ ਪਿੰਡ ਦੀ ਧਰਤੀ ਅਤੇ ਲੋਕਾਂ ਨਾਲ ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਸਨ, ਪਰ ਵਕਤ ਦੇ ਗੁਜ਼ਰਨ 'ਤੇ ਇਸ ਤਰ੍ਹਾਂ ਲੱਗਦਾ ਸੀ ਮੋਹ ਦੀਆਂ ਉਹ ਤੰਦਾਂ ਧੀਰੇ ਧੀਰੇ ਟੁੱਟਦੀਆਂ ਜਾ ਰਹੀਆਂ ਸਨ। ਜ਼ਰੂਰ ਕਿਧਰੇ ਕੁਝ ਗਲਤ ਹੋ ਰਿਹਾ ਸੀ। ਮਾਂ ਅਤੇ ਪਿਤਾ ਜੀ ਦੀਆਂ ਬਹੁਤੀਆਂ ਗੱਲਾਂ ਪੈਸਿਆਂ ਸੰਬੰਧੀ ਸਨ। ਉਹਨਾਂ ਦਾ ਇਤਰਾਜ਼ ਸੀ ਕਿ ਮੈਂ ਪੈਸੇ ਜਮ੍ਹਾਂ ਕਰ ਰਿਹਾ ਹਾਂ। ਮਾਂ ਅਤੇ ਪਿਤਾ ਜੀ ਦੇ ਚਿਹਰੇ 'ਤੇ ਇੱਕ ਤਣਾਅ ਉੱਭਰ ਰਿਹਾ ਸੀ ਜਿਹੜਾ ਮੈਂ ਬਚਪਨ ਵਿੱਚ ਨਹੀਂ ਸੀ ਦੇਖਿਆ। ਹੁਣ ਨਿੱਕਾ ਵੀ ਪਹਿਲਾਂ ਵਾਂਗ ਮੇਰੇ ਘਰੋਂ ਚੱਲਣ ਸਮੇਂ ਅੱਖਾਂ ਨਹੀਂ ਸੀ ਭਰਦਾ। ਪਿੰਡ ਵਿੱਚ ਸੜਕ ਬਣ ਗਈ ਸੀ। ਸਾਡੇ ਘਰ ਤੋਂ 100 ਗਜ ਦੇ ਫਾਸਲੇ 'ਤੇ ਹੀ ਬੱਸ ਸਟਾਪ ਸੀ। ਜਦ ਨਿੱਕਾ ਮੈਨੂੰ ਬੱਸ ਚੜ੍ਹਾਉਣ ਆਉਂਦਾ ਤਾਂ ਉਹਦੀਆਂ ਗੱਲਾਂ ਰਸਮੀ ਜਿਹੀਆਂ ਹੁੰਦੀਆਂ। ਬੱਸ ਵਿੱਚ ਬੈਠਣ ਪਿੱਛੋਂ ਉਹ ਮੈਨੂੰ ਦੂਰ ਤੱਕ ਨਹੀਂ ਵੇਖਦਾ। ਬੱਸ ਦੇ ਚਲਦਿਆਂ ਹੀ ਉਹ ਬੱਸ ਸਟਾਪ 'ਤੇ ਖੜ੍ਹੇ ਕਿਸੇ ਬੰਦੇ ਨਾਲ ਰਸਮੀ ਗੱਲਾਂ ਕਰਨ ਲੱਗ ਜਾਂਦਾ ਸੀ। ਮਹਿੰਦੀ ਨਾਲੋਂ ਸੰਬੰਧ ਟੁੱਟਣ ਪਿੱਛੋਂ ਇਹ ਦੂਜਾ ਝਟਕਾ ਸੀ ਜਿਸ ਨੂੰ ਬਰਦਾਸ਼ਤ ਕਰਨਾ ਕਠਿਨ ਸੀ। ਬੀਵੀ ਅਤੇ ਬੱਚਿਆਂ ਦੇ ਹੁੰਦਿਆਂ ਹੋਇਆਂ ਵੀ ਮਾਂ ਅਤੇ ਨਿੱਕੇ ਦੀ ਮੇਰੀ ਦੁਨੀਆ ਵਿੱਚ ਵਿਸ਼ੇਸ਼ ਥਾਂ ਸੀ। ਮੈਨੂੰ ਇਹ ਸੋਚਣਾ ਅਸੰਭਵ ਜਾਪਦਾ ਸੀ ਕਿ ਕਦੀ ਇਸ ਪਿੰਡ ਅਤੇ ਪਰਿਵਾਰ ਨਾਲੋਂ ਮੇਰਾ ਸੰਬੰਧ ਵੀ ਟੁੱਟ ਸਕਦਾ ਹੈ। ਖਾਸ ਕਰ ਮਾਂ ਨੂੰ ਭੁੱਲ ਜਾਣਾ ਆਸਾਨ ਨਹੀਂ ਸੀ, ਜਿਸ ਨੇ ਹਮੇਸ਼ਾ ਮੈਨੂੰ ਇੰਨਾ ਪਿਆਰ ਕੀਤਾ ਸੀ। ਪਰ ਸਮਾਂ ਬੜਾ ਕਰੂਰ ਹੈ। ਇਹ ਆਪਣੇ ਅਦਿੱਖ ਹੱਥਾਂ ਨਾਲ ਕਿੰਨਾ ਕੁਝ ਬਦਲਣ ਦੇ ਸਮਰੱਥ ਹੈ। ਇਹ ਗੱਲ ਮੈਂ ਉਸ ਦਿਨ ਮਹਿਸੂਸ ਕੀਤੀ ਜਿਸ ਦਿਨ ਮਾਂ ਨੇ ਬਾਕੀ ਸਾਰੇ ਪਰਿਵਾਰ ਨੂੰ ਦੁੱਧ ਦੇਣ ਪਿੱਛੋਂ ਮੇਰਾ ਅਤੇ ਮੇਰੀ ਬੀਵੀ ਬੱਚਿਆਂ ਦੇ ਹਿੱਸੇ ਦਾ ਦੁੱਧ ਤੌੜੀ ਵਿੱਚ ਉਲੱਦ ਦਿੱਤਾ। ਨਿੱਕੇ ਨੇ ਹੀ ਮਾਂ ਨੂੰ ਕਿਹਾ ਸੀ, ਤੂੰ ਉਹਨਾਂ ਨੂੰ ਦੁੱਧ ਦੇਣੀ ਏ ਜਿਹੜੇ ਰੀਝੀ ਕਰਦੇ ਨੇ। ਦੂਜੇ ਦਿਨ ਮਾਂ ਪੂਰੀ ਤਰ੍ਹਾਂ ਉੱਬਲ ਪਈ ਸੀ। ਉਸਨੇ ਉਹ ਸਾਰਾ ਕੁਝ ਕਹਿ ਦਿੱਤਾ ਜਿਹੜਾ ਪਿਛਲੇ ਕਿੰਨੇ ਹੀ ਸਾਲਾਂ ਤੋਂ ਉਸਦੇ ਅੰਦਰ ਖੋਲ ਰਿਹਾ ਸੀ। ਅਸੀਂ ਕੁਝ ਦਿਨ ਰਹਿਣ ਲਈ ਆਏ ਸਾਂ, ਪਰ ਮੈਂ ਉਸੇ ਦਿਨ ਆਪਣੀ ਬੀਵੀ ਤੇ ਬੱਚਿਆਂ ਨਾਲ ਸ਼ਾਮ ਦੀ ਗੱਡੀ 'ਚ ਆ ਬੈਠਿਆ ਸਾਂ। ਅਸੀਂ ਘਰੋਂ ਭੁੱਖੇ ਤੁਰ ਪਏ ਸਾਂ, ਪਰ ਨਾ ਮਾਂ ਅਤੇ ਨਾ ਹੀ ਨਿੱਕੇ ਅਤੇ ਪਿਤਾ ਜੀ ਨੇ ਮੈਨੂੰ ਰੋਟੀ ਖਾਣ ਲਈ ਜਾਂ ਰੁਕਣ ਲਈ ਕਿਹਾ ਸੀ। ਜਾਂਦਾ ਹੋਇਆ ਮੈਂ ਸੋਚ ਰਿਹਾ ਸੀ, ਰਿਸ਼ਤੇ ਸੱਚਮੁੱਚ ਇੰਨੇ ਕੱਚੇ ਹੁੰਦੇ ਨੇ? ਫਿਰ ਲੋਕ ਇਹਨਾਂ ਰਿਸ਼ਤਿਆਂ ਦਾ ਬੋਝ ਕਿਉਂ ਢਾਉਂਦੇ ਨੇ? ਕੁਝ ਦਿਨ ਮੈਂ ਆਪਣੇ ਆਪ ਨਾਲ ਜ਼ਬਰਦਸਤ ਸੰਘਰਸ਼ ਕੀਤਾ। ਮਾਂ ਜਿਹੜੀ ਇੰਨੇ ਵਰ੍ਹਿਆਂ ਤੋਂ ਮੇਰੀ ਦੁਨੀਆ ਵਿੱਚ ਵਸੀ ਹੋਈ ਸੀ, ਉਸ ਨੂੰ ਕੱਢਣਾ ਆਸਾਨ ਨਹੀਂ ਸੀ। ਪਰ ਮੈਂ ਮਾਂ, ਪਿਤਾ ਜੀ ਅਤੇ ਨਿੱਕੇ ਨੂੰ ਆਪਣੀ ਦੁਨੀਆ ਵਿੱਚੋਂ ਕੱਢ ਦਿੱਤਾ। ਮੈਨੂੰ ਲੱਗਿਆ ਜਿਵੇਂ ਮੈਂ ਮਨੁੱਖ ਦੀ ਥਾਂ ਪੱਥਰ ਬਣ ਗਿਆ ਹੋਵਾਂ। ਅਸੀਂ ਘਰ ਵਿੱਚ ਕਦੀ ਮਾਂ ਅਤੇ ਨਿੱਕੇ ਦਾ ਜ਼ਿਕਰ ਨਾ ਕੀਤਾ। ਜੇ ਕਿਸੇ ਗੱਲ ਵਿੱਚ ਬੀਵੀ ਮਾਂ ਦਾ ਜ਼ਿਕਰ ਕਰਦੀ, ਮੈਂ ਅਣਸੁਣੀ ਕਰਕੇ ਗੱਲ ਦਾ ਰੁਖ ਬਦਲ ਦਿੰਦਾ ਸਾਂ। ਇੱਕ ਵਾਰ ਕਿਸੇ ਰਿਸ਼ਤੇਦਾਰ ਦੇ ਵਿਆਹ ਦੇ ਸਿਲਸਿਲੇ ਵਿੱਚ ਮੈਨੂੰ ਪੰਜਾਬ ਜਾਣਾ ਪਿਆ ਸੀ। 5 ਸਾਲਾਂ ਬਾਅਦ ਪੰਜਾਬ ਆਇਆ ਸਾਂ। ਬਸ ਮੇਰੇ ਪਿੰਡ ਦੀ ਫਿਰਨੀ ਉੱਪਰੋਂ ਦੀ ਲੰਘਣੀ ਸੀ। ਮੈਂ ਖਿੜਕੀ ਲਾਗੇ ਬੈਠਾ ਸਾਂ। ਪਹਿਲਾਂ ਢਾਬ ਦਾ ਵੱਡਾ ਬੋਰਡ ਆਇਆ ਜਿੱਥੇ ਪਿੰਡ ਦਾ ਵੱਗ ਖੜ੍ਹਦਾ ਸੀ। ਫਿਰ ਤਲਾਅ ਦੇ ਨਾਲ ਤੁਰਦੀ ਬੱਸ ਸਟਾਪ 'ਤੇ ਆ ਰੁਕੀ। ਉੱਥੋਂ ਸਾਡੇ ਘਰ ਦੇ ਬਨੇਰੇ ਸਾਫ਼ ਦਿਸ ਰਹੇ ਸਨ। ਸਾਡੀ ਬੇਰੀ ਦੇ ਰੁੱਖ ਉੱਪਰ ਇੱਕ ਕਾਂ ਚੱਕਰ ਕੱਟ ਰਿਹਾ ਸੀ। ਕੋਠੇ ਉੱਪਰ 2 ਮੰਜੇ ਪਏ ਸਨ ਤੇ ਮੰਜਿਆਂ ਉੱਪਰ 2 ਬਿਸਤਰੇ ਤੈਅ ਕੀਤੇ ਹੋਏ ਸਨ। ਮੈਂ ਦੇਖਦਾ ਰਿਹਾ, ਸ਼ਾਇਦ ਮਾਂ ਬਿਸਤਰਾ ਚੁੱਕਣ ਉੱਪਰ ਆਵੇ। ਸਵੇਰ ਦਾ ਵਕਤ ਸੀ। ਸਾਡਾ ਗੁਆਂਢੀ ਨੱਥੂ ਕੋਠੇ ਉੱਪਰੋਂ ਬਿਸਤਰਾ ਉਤਾਰ ਰਿਹਾ ਸੀ। ਝੱਟ ਹੀ ਬੱਸ ਚੱਲ ਪਈ, ਉਹੀ ਜਾਣੇ ਪਛਾਣੇ ਰਾਹ 'ਤੇ। ਪਰ ਮੈਨੂੰ ਇੰਝ ਜਾਪ ਰਿਹਾ ਸੀ ਜਿਵੇਂ ਕਿਸੇ ਓਪਰੇ ਪਿੰਡ ਵਿੱਚੋਂ ਲੰਘ ਰਿਹਾ ਹੋਵਾਂ।
ਇਹਨਾਂ 5 ਸਾਲਾਂ ਵਿੱਚ ਮਾਮੂਲੀ ਹੀ ਤਬਦੀਲੀ ਆਈ ਸੀ। ਕਿਧਰੇ ਕਿਧਰੇ ਕੋਈ ਨਵਾਂ ਘਰ ਬਣਿਆ ਸੀ। ਜਦੋਂ ਮੈਂ ਵਾਪਸ ਆ ਕੇ ਆਪਣੀ ਬੀਵੀ ਨੂੰ ਪਿੰਡ ਵਿੱਚੋਂ ਲੰਘਣ ਦੀ ਗੱਲ ਦੱਸੀ ਤਾਂ ਉਹ ਬੜੀ ਹੈਰਾਨ ਹੋਈ। ਜੀ ਤੁਹਾਡਾ ਦਿਲ ਕਿਹਾ ਜਿਹਾ, ਉਹ ਬੋਲੀ। ਫਿਰ ਵੀ ਆਪਣੀ ਜਨਮ ਭੂਮੀ ਹੈ, ਇਉਂ ਲੰਘਣਾ ਤਾਂ ਬੜਾ ਹੀ ਔਖਾ ਹੈ। ਪਰ ਹੁਣ ਤਾਂ ਉਹਨੂੰ ਗੱਲਾਂ ਨੂੰ ਵੀ ਕਈ ਸਾਲ ਗੁਜ਼ਰ ਗਏ ਸਨ। ਨਿੱਕੇ ਦਾ ਹੁਣ ਕਦੇ ਵੀ ਖਤ ਨਹੀਂ ਆਇਆ। ਮੈਂ ਆਪਣੇ ਪਿੰਡ ਅਤੇ ਪਰਿਵਾਰ ਨੂੰ ਪੂਰੀ ਤਰ੍ਹਾਂ ਭੁੱਲ ਗਿਆ ਹਾਂ। ਅਸੀਂ ਕਦੇ ਉਹਨਾਂ ਦਾ ਜ਼ਿਕਰ ਕਰਦੇ ਹੀ ਨਹੀਂ। ਪਰ ਇੱਕ ਗੱਲ ਮੇਰੀ ਸਮਝ ਵਿੱਚ ਨਹੀਂ ਆਉਂਦੀ ਕਿ ਕਦੇ-ਕਦੇ ਡਾਕ ਵਿੱਚ ਆਏ ਕਿਸੇ ਖਤ ਦਾ ਹੈਂਡਰਾਈਟਿੰਗ ਨਿੱਕੇ ਨਾਲ ਮਿਲਦਾ ਜਾਪਦਾ ਹੈ। ਜਦੋਂ ਖਤ ਖੋਲ੍ਹਦਾ ਹੈ ਤਾਂ ਕਿਸੇ ਦੋਸਤ ਦਾ ਨਿਕਲਦਾ ਹੈ। ਮੈਂ ਆਰਥਿਕ ਤੌਰ 'ਤੇ ਸੰਤੁਸ਼ਟ ਹਾਂ, ਚੰਗੀ ਤਨਖਾਹ ਲੈਂਦਾ ਹਾਂ, ਬੀਵੀ ਅਤੇ 2 ਖੂਬਸੂਰਤ ਪਿਆਰੇ ਬੱਚੇ ਹਨ। ਕੋਈ ਘਾਟ ਮਹਿਸੂਸ ਨਹੀਂ ਹੁੰਦੀ। ਪਰ ਫਿਰ ਵੀ ਜਦ ਕਦੇ ਇਕੱਲਾ ਬੈਠਾ ਹੁੰਦਾ ਹਾਂ, ਬਗੈਰ ਕਿਸੇ ਕਾਰਨ ਅੱਖਾਂ ਭਰ ਆਉਂਦੀਆਂ ਹਨ, ਹੰਝੂ ਕਿਰਨ ਲੱਗ ਪੈਂਦੇ ਹਨ। ਮੇਰੇ ਹੀ ਅੰਦਰ ਜਿਵੇਂ ਕੋਈ ਹਠੀ ਮਨ ਬਾਰ-ਬਾਰ ਮੈਨੂੰ ਉਹਨਾਂ ਪੁਰਾਣੀਆਂ ਯਾਦਾਂ ਨਾਲ ਜੋੜਨਾ ਚਾਹੁੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਮੇਰੇ ਅੰਦਰਲਾ ਇਹ ਵਿਅਕਤੀ ਹੋਰ ਵੀ ਢੀਠ ਹੁੰਦਾ ਜਾ ਰਿਹਾ ਹੈ। ਉਸ ਬੁੱਢੀ ਨੂੰ ਵੇਖਦਿਆਂ ਹੀ ਮੇਰੇ ਕਦਮ ਰੁਕ ਜਾਂਦੇ ਹਨ। ਬਚਪਨ ਵਿੱਚ ਮੈਂ ਇਸ ਵਿਅਕਤੀ ਨੂੰ ਨਹੀਂ ਸੀ ਜਾਣਦਾ। ਸੋਚਦਾ ਹਾਂ ਮਹਿੰਦੀ ਅਤੇ ਮੇਰੇ ਪਰਿਵਾਰ ਨੇ ਮੇਰੇ ਅੰਦਰ ਇੱਕ ਖਲਾਅ ਪੈਦਾ ਕਰ ਦਿੱਤਾ ਹੈ। ਇਹ ਖਲਾਅ ਇੰਜ ਜਾਪਦਾ ਹੈ ਕਦੇ ਨਹੀਂ ਭਰਿਆ ਜਾਵੇਗਾ। ਇਸ ਖਲਾਅ ਵਿੱਚ ਵੀ ਇਹ ਵਿਅਕਤੀ ਪੈਦਾ ਹੋਇਆ ਹੈ ਅਤੇ ਵਕਤ ਦੇ ਗੁਜ਼ਰਨ ਨਾਲ ਮੇਰਾ ਇਹ ਵਿਰੋਧੀ ਬਲਵਾਨ ਹੁੰਦਾ ਜਾ ਰਿਹਾ ਹੈ। ਇਹ ਮੇਰੇ ਕੋਲੋਂ ਕੁਝ ਵੀ ਕਰਵਾ ਸਕਦਾ ਹੈ। ਮੈਂ ਇਸ ਔਰਤ ਨੂੰ ਮਾਂ ਕਹਿ ਕੇ ਹੀ ਆਵਾਜ਼ ਮਾਰ ਬੈਠਾਂ ਜਾਂ ਉਹ ਅੱਗੇ ਫਰਕ ਕੇ ਰੋ ਪਵਾਂ। ਅਜਿਹਾ ਕੁਝ ਵੀ ਹੋਣਾ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।